ਪ੍ਰਾਊਡ ਟੂ ਵੀ ਅਕਾਲੀ ਕਹਿਣ ਵਾਲੇ ਇੱਕੋ ਦਮ ਜਾ ਕੇ ਬੀਜੇਪੀ ਦਾ ਪੱਲਾ ਫੜ ਲੈਣ, ਕੀ ਗੱਲ? ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਗੈਂਗ ਹੈਗਾ ਜਿਹੜਾ ਸਮਝਣ ਨਹੀਂ ਦੇਣਾ ਚਾਹੁੰਦਾ। ਮੇਰੇ ਖਿਆਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੋਣ, ਚਾਹੇ ਮੈਂ ਬਾਰ-ਬਾਰ ਕਹਿ ਰਿਹਾ ਮਜੀਠੀਆ ਸਾਹਿਬ ਹੋਣ, ਉਹਨਾਂ ਨੂੰ ਸਮਝਣ ਨਹੀਂ ਦੇਣਾ ਚਾਹੁੰਦਾ। ਜਦੋਂ ਲਾਠੀ ਚਾਰਜ ਹੋਣਾ ਤੁਸੀਂ ਮਜੀਠੀਆ ਦੇ ਅੱਗੇ ਹੋ ਜਾਣਾ, ਕਿਤੇ ਅਨਫੋਰਚੂਨੇਟਲੀ ਦਸਤਾਰਾਂ ਵੀ ਉਤਰੀਆਂ ਤਾਂ ਤੁਸੀਂ ਅੱਗੇ। ਫਿਰ ਇਹੋ ਜਿਹਾ ਕੀ ਹੋ ਗਿਆ? ਇੰਨੀ ਪੱਕੀ ਯਾਰੀ ਸੀ। ਸ਼੍ਰੋਮਣੀ ਅਕਾਲੀ ਦਲ 'ਚ ਸ਼ਾਇਦ ਰਾਏ ਲੈਣੀ ਚੰਗੀ ਨਹੀਂ ਸਮਝੀ। ਤੁਸੀਂ ਕਿਹਾ ਕਿ ਅਕਾਲੀ ਦਲ ਦੇ ਵਿੱਚ ਜੋ ਸਮੇਂ ਸਿਰ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ, ਤੁਹਾਡੀ ਗੱਲ ਨਹੀਂ ਸੁਣੀ ਗਈ ਅਕਾਲੀ ਦਲ 'ਚ। ਜੇ ਸੁਣੀ ਜਾਂਦੀ ਹੁੰਦੀ ਤਾਂ ਕਈ ਮੁੱਦੇ ਹੱਲ ਹੋ ਜਾਣੇ ਸੀ। ਇਸਦਾ ਕਹਿਣ ਦਾ ਭਾਵ ਇੰਟਰਨਲ ਡੈਮੋਕ੍ਰੇਸੀ ਹੈ ਨਹੀਂ ਅਕਾਲੀ ਦਲ 'ਚ। ਜੇ ਹੁੰਦੀ ਤਾਂ ਫਿਰ ਮੈਨੂੰ ਛੱਡਣਾ ਨਾ। ਲਖੀਮਪੁਰ ਖੀਰੀ ਘਟਨਾ ਤੇ ਮੇਨਕਾ ਗਾਂਧੀ ਬੋਲੇ, ਉਹਨਾਂ ਦੇ ਬੇਟੇ ਬੋਲੇ, ਉਹਨਾਂ ਨੂੰ ਬੀਜੇਪੀ ਨੇ ਕਾਰਜਕਾਰਨੀ ਤੋਂ ਬਾਹਰ ਕਰਤਾ। ਉਹ ਇੰਟਰਨਲ ਡੈਮੋਕ੍ਰੇਸੀ? ਕਿਹੜੀ ਕਾਂਗਰਸ ਬੋਲ ਰਹੀ ਹੈ ਜਿਹੜੀ ਸਿੱਖਾਂ ਦੇ ਗੱਲਾਂ 'ਚ ਟਾਇਰ ਪਾਉਣ ਵਾਲੀ ਬੋਲ ਰਹੀ ਹੈ? 2020 ਦੇ NRC CAA ਵਾਲੇ ਦੰਗੇ ਹੋ ਗਏ, ਚਾਹੇ ਯੂਪੀ ਦੇ ਦੰਗੇ ਹੋ ਗਏ, ਇਲਜ਼ਾਮ ਤਾਂ ਬੀਜੇਪੀ ਤੇ ਵੀ ਬੜੇ ਨੇ। ਤੁਹਾਨੂੰ ਜਦੋਂ ਬੀਜੇਪੀ ਜੁਆਇਨ ਕੀਤੀ 700 ਪਲੱਸ ਕਿਸਾਨਾਂ ਦੀ ਸ਼ਹਾਦਤ, ਤੁਹਾਨੂੰ ਉਹ ਨਹੀਂ ਯਾਦ? ਵੀਰਪਾਲ ਦਿਵਸ ਫਿਰ ਆਪਾਂ ਉੱਤੇ ਵੀ ਕੰਟਰੋਵਰਸੀ ਪਾਣੀ, ਆਪਾਂ ਕਿਹੜੇ ਪਾਸੇ ਲੈ ਕੇ ਜਾਣਾ ਚਾਹੁੰਦੇ ਹਾਂ? ਬਹੁਤ ਸਾਰੇ ਸਿੱਖ ਧਰਮ ਦੇ ਲੋਕ ਕਹਿੰਦੇ ਨੇ ਕਿ ਸਾਹਿਬਜ਼ਾਦੇ ਸਾਡੇ ਵੀਰ ਨਹੀਂ ਹੈ, ਉਹ ਸਾਡੇ ਬਾਬੇ ਨੇ, ਸਾਡੇ ਵੱਡੇ ਨੇ। ਆ ਮਹੀਨੇ ਬਾਅਦ ਵੋਟਾਂ ਖਤਮ ਹੋ ਜਾਣੀਆਂ, ਫਿਰ ਸਾਰੇ ਧਰਮਾਂ ਦੀ ਲੜਾਈ ਖਤਮ ਹੋ ਜਾਣੀਆਂ। ਅਸੀਂ ਵੀ ਤਾਂ ਉਸੇ ਧਰਮ ਦੀ ਸਿਆਸਤ ਦਾ ਹਿੱਸਾ ਹੋਣਾ। ਪ੍ਰਧਾਨ ਮੰਤਰੀ ਸਾਹਿਬ ਦਾ ਕਾਫਲਾ ਰੁਕਣਾ, ਪੰਜਾਬ ਕਾਂਗਰਸ ਜਿਹੜੀ ਕਹਿ ਰਹੀ ਹੈ ਵੀ ਕਿਸਾਨਾਂ ਨੇ ਰੁਕਿਆ। ਕਾਂਗਰਸ ਨਹੀਂ ਕਹਿ ਰਹੀ, ਇਹ ਬੀਜੇਪੀ ਵੀ ਕਹਿ ਰਹੀ ਆ। ਤੇ ਬੀਜੇਪੀ ਦਾ ਜਿਹੜਾ ਦੇਖਦੇ ਆ ਸੋਸ਼ਲ ਮੀਡੀਆ ਤੇ, ਮੈਂ ਬੀਜੇਪੀ ਦੇ ਨਾਲ ਜੁੜੇ ਲੋਕ ਨੇ ਜਿਹੜੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਨੇ। ਫੋਟੋਆਂ ਤੁਸੀਂ ਵੀ ਦੇਖੀਆਂ ਸੋਸ਼ਲ ਮੀਡੀਆ ਤੇ ਵਾਇਰਲ, ਕੁਰਸੀਆਂ ਖਾਲੀ ਸੀ, ਪ੍ਰਧਾਨ ਮੰਤਰੀ ਤਾਂ ਮੁੜ ਗਏ ਕਿ ਰੈਲੀ 'ਚ ਇਕੱਠ ਨਹੀਂ। ਜਿੰਨੀਆਂ ਅਨਾਉਂਸਮੈਂਟਾਂ ਹੋਣੀਆਂ ਸੀਗੀਆਂ ਕਿਸਾਨਾਂ ਵਾਸਤੇ, ਜਿੰਨੀਆਂ ਅਨਾਉਂਸਮੈਂਟਾਂ ਹੋਣੀਆਂ, ਸਾਡੇ ਕਰਜ਼ੇ ਕਈ ਮਾਫ ਹੋਏ ਨੇ। ਜਿਹੜਾ ਜਿਸ ਖੜਗੋਵਾਦ ਦੇ ਵਿੱਚ ਸਾਡੇ ਕਰਜ਼ੇ ਚੜੇ ਸੀਗੇ, ਕਿੰਨੀਆਂ ਚੀਜ਼ਾਂ ਚੜੇ, ਇੰਡਸਟਰੀਜ਼ ਤੇ ਪੈਕੇਜ ਮਿਲਣਾ ਸੀ, ਕਿੰਨੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਣਾ ਸੀ। ਵੈਸੇ ਮੋਦੀ ਸਾਹਿਬ ਤਾਂ ਸਾਰੀ ਗੱਲ ਟੀਵੀ ਤੇ ਰੇਡੀਓ ਤੇ ਹੀ ਕਰਦੇ ਆ, ਮਨ ਕੀ ਬਾਤ 'ਚ ਕਰਦੇ ਆ। ਅਨਾਉਂਸਮੈਂਟਾਂ ਕਰਨੀਆਂ ਨੇ ਮਨ ਕੀ ਬਾਤ 'ਚ ਕਰ ਦੇਣਾ। ਇਹ ਨਹੀਂ ਕਿ ਉਹਨਾਂ ਨੇ ਐ ਕਰਤਾ ਸੀ ਰੁਕ ਜਾਾਂਗੇ, ਰੁਕਦੇ ਨਹੀਂ। ਮੋਦੀ ਸਾਹਿਬ ਇਹ ਸਾਰੀਆਂ ਅਨਾਉਂਸਮੈਂਟਾਂ ਕਰਨਗੇ। ਅਸੀਂ ਪੰਜਾਬ ਦੇ ਲੋਕਾਂ ਨੂੰ ਤਰੱਕੀ ਤਾਂ ਲੈ ਕੇ ਜਾ, ਨਵੇਂ ਪੰਜਾਬ ਦੀ ਰਚਨਾ ਕਰਨੀ ਹੈ। ਚੋਣਾਂ ਦਾ ਦੌਰ ਦਲ ਬਦਲੀਆਂ ਦਾ ਦੌਰ ਵੀ ਹੁੰਦਾ। ਬਹੁਤ ਸਾਰੇ ਸਿਆਸੀ ਲੋਕ ਇਸ ਦੌਰ ਦੇ ਵਿੱਚ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਜਾਂਦੇ ਨੇ। ਅੱਜ ਸਾਡੇ ਨਾਲ ਗੁਰਦੀਪ ਸਿੰਘ ਗੋਸ਼ਾ, ਜਿਨ੍ਹਾਂ ਨੇ 17 ਸਾਲ ਸ਼੍ਰੋਮਣੀ ਅਕਾਲੀ ਦਲ ਚਲਾਏ ਤੇ ਅੱਜ ਉਹਨਾਂ ਨੇ ਬੀਜੇਪੀ ਦਾ ਪੱਲਾ ਫੜਿਆ। ਪ੍ਰਾਊਡ ਟੂ ਵੀ ਅਕਾਲੀ ਕਹਿਣ ਵਾਲੇ ਇੱਕੋ ਦਮ ਜਾ ਕੇ ਬੀਜੇਪੀ ਦਾ ਪੱਲਾ ਫੜ ਲੈਣ, ਕੀ ਗੱਲ ਹੋ ਗਈ? ਸਭ ਤੋਂ ਪਹਿਲਾਂ ਮੈਂ ਅੱਖਰ ਚੈਨਲ ਦੇ ਸਾਰੇ ਸਰੋਤਿਆਂ ਦਾ, ਤੁਹਾਡਾ ਗਗਨ ਜੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਸੰਗਤਾਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਦੇਖੋ, ਪ੍ਰਾਊਡ ਟੂ ਵੀ ਅਕਾਲੀ ਕਿ ਇੱਕ ਦਲ ਦੇ ਵਿੱਚ ਰਹਿ ਕੇ ਤਾਂ ਅਕਾਲੀ ਦਲ ਅੰਮ੍ਰਿਤਸਰ ਵੀ ਹੈ, ਅਕਾਲੀ ਦਲ ਡੈਮੋਕ੍ਰੈਟਿਕ ਵੀ ਹੈ। ਅਕਾਲੀ ਦਾ ਦਿਲੋਂ ਹੁੰਦਾ, ਅਕਾਲੀ ਦਾ ਮਤਲਬ ਹੁੰਦਾ ਅਕਾਲ ਦਾ ਅਕਾਲੀ। ਮੈਂ ਅਕਾਲੀ ਹਾਂ। ਤੁਸੀਂ ਤਾਂ ਸੁਖਬੀਰ ਬਾਦਲ ਦੀਆਂ ਫੋਟੋਆਂ ਵੀ ਨਾਲ ਲਾਉਂਦੇ ਸੀ। ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੋਣ, ਚਾਹੇ ਬਿਕਰਮ ਸਿੰਘ ਮਜੀਠੀਆ ਸਾਹਿਬ ਹੋਣ, ਇੱਕ ਅਲੱਗ ਦਿਸ਼ਾ। ਪਰ ਅੱਜ ਪੰਜਾਬ ਨੂੰ ਤਰੱਕੀ ਦੀ ਰਾਹਾਂ 'ਤੇ ਲੈ ਕੇ ਜਾਣਾ, ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ, ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਹੈ। ਤੁਹਾਨੂੰ ਲੱਗਦਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੀ ਕਿਸਾਨੀ ਨੂੰ ਨਹੀਂ ਸੀ ਬਚਾ ਸਕਦੀ? ਦੇਖੋ, ਕਈ ਚੀਜ਼ਾਂ 'ਚ ਆਪਾਂ ਗਗਨ ਜੀ ਵੀ ਜੋ ਉਸ ਵਕਤ ਆਪਾਂ ਨੂੰ ਕੋਈ ਕੰਮ ਕਰਨੇ ਚਾਹੀਦੇ, ਸ਼ਾਇਦ ਆਪਾਂ ਉਹ ਮਿਸ ਕਰ ਗਏ। ਮਿਸ ਇੱਦਾਂ ਕਰਕੇ ਵੀ ਜਦੋਂ ਕਿਸਾਨੀ ਮੋਰਚੇ ਸ਼ੁਰੂ ਹੋਏ ਆ ਜਾਂ ਕਿਸਾਨੀ ਗੱਲਾਂ ਸ਼ੁਰੂ ਹੋਈਆਂ, ਜਦੋਂ ਕਿਸਾਨੀ ਬਿੱਲਾਂ ਦੀ ਗੱਲ ਸ਼ੁਰੂ ਹੋਈ, ਮੇਰੇ ਹਿਸਾਬ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਉਦੋਂ ਆਪਣਾ ਫਰਜ਼ ਨਿਭਾਉਣਾ ਚਾਹੀਦਾ ਸੀ। ਪਰ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਇਦ ਰਾਏ ਲੈਣੀ ਚੰਗੀ ਨਹੀਂ ਸਮਝੀ, ਉਹਨਾਂ ਨੇ ਆਪਣੇ ਵੱਲੋਂ ਕਰਤਾ। ਪਰ ਅਸੀਂ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਦੇ ਨੇ। ਪਰ ਜਿਹੜੀਆਂ ਆ ਪਿਛਲੇ ਦਿਨ ਇਹ ਘਟਨਾ ਹੋਈਆਂ, ਪ੍ਰਧਾਨ ਮੰਤਰੀ ਸਾਹਿਬ ਦਾ ਕਾਫਲਾ ਰੁਕਣਾ, ਕਿਸਾਨਾਂ ਨੇ ਨਹੀਂ ਰੋਕਿਆ। ਬਾਰ-ਬਾਰ ਪੰਜਾਬ ਕਾਂਗਰਸ ਜਿਹੜੀ ਕਹਿ ਰਹੀ ਹੈ ਵੀ ਕਿਸਾਨਾਂ ਨੇ ਰੋਕਿਆ, ਨਹੀਂ, ਗਲਤ ਗੱਲ ਹੈ। ਕਾਂਗਰਸ ਨਹੀਂ ਕਹਿ ਰਹੀ, ਇਹ ਬੀਜੇਪੀ ਵੀ ਕਹਿ ਰਹੀ ਆ। ਤੇ ਬੀਜੇਪੀ ਦਾ ਜਿਹੜਾ ਦੇਖਦੇ ਆ ਸੋਸ਼ਲ ਮੀਡੀਆ ਤੇ, ਦੇਖੋ, ਮੈਂ ਬੀਜੇਪੀ ਦੇ ਨਾਲ ਜੁੜੇ ਲੋਕ ਨੇ ਜਿਹੜੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਨੇ। ਜਿਹੜਾ ਬੰਦਾ ਕਹਿ ਰਿਹਾ ਉਹਦੇ ਆਪਣੇ ਵਿਚਾਰ, ਉਸਦੇ ਮੇਰੇ ਆਪਣੇ ਵਿਚਾਰ ਹੈ। ਇਸ ਦੇਸ਼ ਦੇ ਵਿੱਚ ਵਿਚਾਰ ਰੱਖਣ ਦੀ ਹਰ ਬੰਦੇ ਨੂੰ ਖੁੱਲ੍ਹ ਹੈ। ਮੇਰੇ ਇਹ ਵਿਚਾਰ ਹੈ ਵੀ ਉਹ ਕਾਂਗਰਸ ਨੇ ਇੱਕ ਬੜੀ ਸੋਚੀ ਸਮਝੀ ਸਾਜ਼ਿਸ਼ ਤਹਿਤ ਦੁਬਾਰਾ 84 ਬਣਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਆਪ ਜਾਣ ਕੇ ਰੋਕਾਂ ਲਾ ਕੇ, ਸਰਕਾਰ ਵੱਲੋਂ ਰੋਕਾਂ ਲਵਾ ਕੇ, ਕੁਛ ਪੁਲਿਸ ਵਾਲੇ ਬਿਊਰੋਕਰੇਟਸ ਵਾਲੇ ਨਾ ਰਲੇ ਹੋਇਆ, ਰੋਕਾਂ ਲਗਾ ਕੇ ਸਾਡੀ ਜਿਹੜੀ ਲੜਾਈ ਆ ਕਿਸਾਨਾਂ ਨਾਲ ਕਰਾਉਣ ਦੀ ਕੋਸ਼ਿਸ਼ ਕੀਤੀ। ਸੈਂਟਰ ਦੀ ਜਿਹੜੀ ਲੜਾਈ ਆ ਕਿਸਾਨਾਂ ਨਾਲ ਕਰਾਉਣ ਦੀ ਕੋਸ਼ਿਸ਼, ਪਰ ਇਹ ਲੜਾਈ ਹੈ ਨਹੀਂ।
ਅਸਲ 'ਚ ਕਾਂਗਰਸ ਨੂੰ ਐਂ ਲੱਗ ਰਿਹਾ ਸੀਗਾ ਮੇਰੇ ਸੋਨੀਆ ਗਾਂਧੀ ਜੀ ਹੁਣ ਚਾਹੇ ਰਾਹੁਲ ਗਾਂਧੀ ਜੀ ਹੁਣ ਚਾਹੇ ਸਾਡੇ ਜਿਹੜੇ ਇੱਥੇ ਦੇ ਚੰਨੀ ਸਾਹਿਬ ਸੀਗੇ CM ਸਾਹਿਬ ਨਵਜੋਤ ਸਿੰਘ ਸਿੱਧੂ ਸਾਹਿਬ ਹੁਣ ਇਹਨਾਂ ਨੂੰ ਐਂ ਲੱਗ ਰਿਹਾ ਸੀ ਵੀ ਪ੍ਰਧਾਨ ਮੰਤਰੀ ਆ ਜਾਣਗੇ ਅਨਾਉਂਸਮੈਂਟਾਂ ਹੋ ਜਾਣਗੀਆਂ ਲੋਕ ਉਹਨਾਂ ਵੱਲ ਤੁਰ ਪੈਣਗੇ। ਉਹ ਇੱਕ ਸਾਜ਼ਿਸ਼ ਤਹਿਤ ਕੰਮ ਕੀਤਾ ਗਿਆ। ਦੇਖੋ ਮੈਂ ਇਹ ਗੱਲ ਕਹਿਣਾ ਅਸੀਂ ਦੁਬਾਰਾ 84 ਨਹੀਂ ਚਾਹੁੰਦੇ, ਅਸੀਂ ਹਿੰਦੂ ਸਿੱਖ ਏਕਤਾ 'ਚ ਪਾੜ ਨਹੀਂ ਚਾਹੁੰਦੇ। ਪਹਿਲਾਂ ਬਹੁਤ ਸੰਤਾਪ ਹੋ ਗਿਆ, ਪੰਜਾਬ ਦੇ ਨੌਜਵਾਨਾਂ ਨੇ ਭੋਗਿਆ, ਪੰਜਾਬ ਦੇ ਲੋਕਾਂ ਨੇ, ਉਹਨਾਂ ਦੇ ਮਾਵਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੇ ਪੁੱਤ ਮਰੇ ਆ, ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਸਿਰਫ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਦੁਬਾਰਾ ਵੋਟਾਂ ਦੀ ਸਿਆਸਤ ਕਾਂਗਰਸ ਨੇ ਕੀਤੀ ਤੇ ਮੇਰੀ ਕਾਂਗਰਸ ਨਾਲ ਲੜਾਈ ਆ। ਦੇਖੋ ਹੁਣ ਮੋਦੀ ਸਾਹਿਬ ਦੀ ਗੱਲ ਕਰ ਲਈਏ, ਕਾਲੀ ਸੂਚੀ ਕਿੰਨੇ ਖਤਮ ਕੀਤੀ? ਮੋਦੀ ਸਾਹਿਬ ਨੇ ਖਤਮ ਕੀਤੀ। ਸੱਜਣ ਕੁਮਾਰ ਨੂੰ ਅੰਦਰ ਕਿੰਨੇ ਕਰਾਇਆ? ਮੋਦੀ ਸਾਹਿਬ ਨੇ ਕਰਾਇਆ। ਫਿਰ ਇੱਕ ਚੀਜ਼ ਜਿਹੜੀ 75 ਸਾਲ ਦੇ ਵਿੱਚ ਕਿੰਨੇ ਪ੍ਰਧਾਨ ਮੰਤਰੀ ਆਏ? 15 ਪ੍ਰਧਾਨ ਮੰਤਰੀ ਆ ਚੁੱਕੇ ਆ। 70 ਸਾਲ 'ਚ 15 ਪ੍ਰਧਾਨ ਮੰਤਰੀ ਜਿਸ 'ਚ ਮਾਣਯੋਗ ਮਨਮੋਹਨ ਸਿੰਘ ਜੀ ਵੀ ਆਏ, ਸਿੱਖ ਧਰਮ ਨੂੰ ਬਿਲੋਂਗ ਕਰਦੇ ਸੀ। ਉਹਨਾਂ ਦੇ ਮਨ 'ਚ ਵੀ ਨਹੀਂ ਇਹ ਗੱਲ ਆਈ। ਕਿਉਂ ਨਹੀਂ ਆਈ? ਕਿਉਂਕਿ ਕਾਂਗਰਸ ਦੀ ਇੱਕ ਅਡੋਲਜੀ ਹੈ ਕਿ ਇਹਨਾਂ ਨੂੰ ਖਤਮ ਕਰਨਾ, ਆਪਾਂ ਘੱਟ ਗਿਣਤੀਆਂ ਨੂੰ ਖਾਸ ਕਰਕੇ ਪੰਜਾਬ ਨਾਲ ਟਾਕਰਾ ਹੀ ਰੱਖਣਾ, ਪੰਜਾਬੀਆਂ ਨੂੰ ਦੇਣਾ ਕੁਛ ਨਹੀਂ। ਜਿਹੜੀ ਪਾਰਟੀ ਤੁਸੀਂ ਜੁਆਇਨ ਕੀਤੀ ਇਹ ਤਾਂ ਇਲਜ਼ਾਮ ਉਹ 'ਤੇ ਵੀ ਲੱਗਦੇ ਨੇ ਕਿ ਉਹ ਘੱਟ ਗਿਣਤੀਆਂ ਦੀ ਦੁਸ਼ਮਣ ਆ। ਤੇ ਫਿਰ ਉਹਨਾਂ ਨੇ ਕਾਲੀ ਸੂਚੀ ਕਿੱਦਾਂ ਖਤਮ ਕਰਤੀ? ਸੱਜਣ ਕੁਮਾਰ ਨੂੰ ਅੰਦਰ ਕਿੱਦਾਂ ਕਰਤਾ? ਸਾਡਾ ਰਾਹ ਕਰਤਾਰਪੁਰ ਸਾਹਿਬ ਦਾ CA NCR ਹੈ, ਦਿੱਲੀ ਦੰਗੇ, ਬੜਾ ਕੁਝ ਉਹਨਾਂ ਦੇ ਹਿੱਸੇ ਆਉਂਦਾ। ਕਰਤਾਰਪੁਰ ਸਾਹਿਬ ਦਾ ਲਾਂਘਾ ਕਿੰਨੇ ਖੋਲਿਆ? ਇੱਕ ਕਾਂਗਰਸ ਸਰਕਾਰ ਉਹ ਹੈ ਜਿਹਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕੀਤਾ ਸੀ, ਸਾਡੇ ਟੁਕੜੇ ਕਰਤੇ ਪੰਜਾਬ ਦੇ। ਇੱਕ ਪ੍ਰਧਾਨ ਮੰਤਰੀ ਮੋਦੀ ਸਾਹਿਬ ਹੈ, ਉਹ ਸਰਕਾਰ, ਉਹ ਫੈਮਿਲੀ ਹੈ ਜਿਹਨੇ ਸਾਡਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ। ਫਿਰ ਵੱਡੀ ਗੱਲ ਸਾਹਿਬਜ਼ਾਦੇ, ਜਦੋਂ ਸਾਹਿਬਜ਼ਾਦੇ ਦਾ ਨਾਮ ਆਉਂਦਾ ਸਾਰਿਆਂ 'ਤੇ ਝੁਕ ਜਾਂਦਾ। ਦਸਮ ਪਾਤਸ਼ਾਹ, ਮਾਤਾ ਗੁਜਰ ਕੌਰ ਜੀ, ਚਾਰੋਂ ਸਾਹਿਬਜ਼ਾਦੇ ਜਿਨ੍ਹਾਂ ਨੇ ਦੇਸ਼ ਲਈ ਆਪਣੀ ਕੌਮ ਲਈ ਬਲੀਦਾਨ ਦਿੱਤਾ। 75 ਸਾਲ ਤੋਂ ਆਪਾਂ ਡਿਮਾਂਡ ਕਰਦੇ ਸੀ। ਮੈਂ ਪਹਿਲਾਂ ਗੱਲ ਕੀਤੀ, ਮਨਮੋਹਨ ਸਿੰਘ ਜੀ ਵੀ ਆਏ ਮਾਣਯੋਗ, ਉਹਨਾਂ ਨੇ ਵੀ ਇਹ ਨਹੀਂ ਸੋਚਿਆ ਤੇ ਉਹਨਾਂ ਦਾ ਦਿਨ ਰੱਖਣਾ ਵੀਰ ਬਾਲ ਦਿਵਸ। ਫਿਰ ਆਪਾਂ ਉੱਤੇ ਵੀ ਕੰਟਰੋਵਰਸੀ ਪਾਣੀ, ਆਪਾਂ ਕਿਹੜੇ ਪਾਸੇ ਲੈ ਕੇ ਜਾਣਾ ਚਾਹੁੰਦੇ ਆ? ਸਾਡੇ ਬਿਲਕੁਲ ਕੰਟਰੋਵਰਸੀ ਆ। ਬਹੁਤ ਸਾਰੇ ਸਿੱਖ ਧਰਮ ਦੇ ਲੋਕ, ਗੱਲ ਸੁਣ ਲਓ, ਬਹੁਤ ਸਾਰੇ ਸਿੱਖ ਧਰਮ ਦੇ ਲੋਕ ਕਹਿੰਦੇ ਨੇ ਕਿ ਸਾਹਿਬਜ਼ਾਦੇ ਸਾਡੇ ਵੀਰ ਨਹੀਂ ਹੈ, ਉਹ ਸਾਹਿਬਜ਼ਾਦੇ ਨਹੀਂ, ਉਹ ਸਾਡੇ ਬਾਬੇ ਨੇ, ਸਾਡੇ ਵੱਡੇ ਨੇ। ਦਮਦਮੀ ਟਕਸਾਲ ਤੋਂ ਵੀ ਆ ਗਿਆ ਵੀ ਬਹੁਤ ਚੰਗਾ ਕੰਮ ਕੀਤਾ। ਹਰ ਪੜ੍ਹਿਆ ਲਿਖਿਆ ਸਿੱਖ, ਹਰ ਭਾਵਨਾ ਵਾਲਾ ਸਿੱਖ ਅੱਜ ਕਹਿ ਰਿਹਾ ਇਹ ਕੁਛ ਲੋਕ ਜਾਣ ਬੁੱਝ ਕੇ ਟਕਰਾਵ ਦੀ ਰਣਨੀਤੀ ਲਈ, ਸਿਰਫ ਵੋਟਾਂ ਦੀ ਰਾਜਨੀਤੀ। ਤੁਸੀਂ ਦੇਖਿਓ ਆ ਮਹੀਨੇ ਬਾਅਦ ਵੋਟਾਂ ਖਤਮ ਹੋ ਜਾਣੀਆਂ, ਫਿਰ ਸਾਰੇ ਧਰਮਾਂ ਦੀ ਲੜਾਈਆਂ ਖਤਮ ਹੋ ਜਾਣੀਆਂ, ਫਿਰ ਸਾਰਿਆਂ ਦੇ ਮੁੱਦੇ ਖਤਮ ਹੋ ਜਾਣੇ ਆ। ਫਿਰ ਉਹਨਾਂ ਨੂੰ ਇਹ ਤਾਂ ਪ੍ਰਧਾਨ ਮੰਤਰੀ ਜੀ ਨੂੰ ਤਾਂ ਤੁਸੀਂ ਵੀ ਤਾਂ ਉਸੇ ਧਰਮ ਦੀ ਸਿਆਸਤ ਦਾ ਹਿੱਸਾ ਹੋ ਨਾ। ਦੇਖੋ ਮੈਂ ਧਰਮ ਦੇ ਚੰਗੀ ਸਿਆਸਤ ਕਰਨ ਦਾ ਹਿੱਸਾ ਹਾਂ, ਮੈਂ ਮਾੜੀ ਸਿਆਸਤ ਕਰਨ ਦਾ ਹਿੱਸਾ ਨਹੀਂ। ਮੈਂ ਪਹਿਲਾਂ ਵੀ ਸੇਵਾ ਕਰਦਾ ਰਿਹਾ, ਹੁਣ ਵੀ ਸੇਵਾ ਕਰਦਾ, ਅੱਗੋਂ ਵੀ ਸੇਵਾ ਕਰਾਂਗਾ। ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਦੇਖੋ ਪ੍ਰਧਾਨ ਮੰਤਰੀ ਜੀ ਨੂੰ ਆਪਾਂ ਰਸਤਾ ਬੰਦ ਕਰਤਾ, ਇੱਕ ਨੇ ਆਪਣਾ ਸਾਡਾ ਗੁਰੂ ਨਾਨਕ ਸਾਹਿਬ ਦਾ ਰਸਤਾ ਖੋਲ੍ਹਿਆ ਕਰਤਾਰਪੁਰ ਸਾਹਿਬ ਦਾ, ਆਪਾਂ ਉਹਦਾ ਰਸਤਾ ਬੰਦ ਕਰਤਾ। ਕਾਂਗਰਸ ਨੇ ਕੀ ਇਹ ਸਿੱਖ ਧਰਮ ਤੇ ਵਾਰ ਨਹੀਂ? ਕਾਂਗਰਸ ਕਹਿੰਦੀ ਕੁਰਸੀਆਂ ਖਾਲੀ ਸੀ, ਫੋਟੋਆਂ ਤੁਸੀਂ ਵੀ ਦੇਖੀਆਂ ਸੋਸ਼ਲ ਮੀਡੀਆ ਤੇ ਵਾਇਰਲ, ਕੁਰਸੀਆਂ ਖਾਲੀ ਸੀ, ਪ੍ਰਧਾਨ ਮੰਤਰੀ ਤਾਂ ਮੁੜ ਗਏ ਕਿ ਰੈਲੀ 'ਚ ਇਕੱਠ ਨਹੀਂ ਹੋਇਆ। ਇਹ ਮੁੱਦਾ ਨਹੀਂ ਹੈ ਗਗਨ ਜੀ, ਕੁਰਸੀਆਂ ਖਾਲੀ ਸੀ ਨਹੀਂ ਸੀ, ਕੁਰਸੀਆਂ ਭਰ ਜਾਣੀਆਂ ਸੀਗੀਆਂ। ਬੜੇ ਦੁਨੀਆ ਰਸਤੇ 'ਚ ਰੋਕ ਦਿੱਤੀ ਸੀ। ਮੇਰਾ ਮੁੱਦਾ ਨਹੀਂ ਹੈ। ਵੱਡੀ ਗੱਲ ਇਹ ਆ, ਇਹ ਤਾਂ ਕੁਰਸੀਆਂ ਭਰਨੀਆਂ, ਇਹ ਤਾਂ ਗੱਲ ਹੈਗੀ ਸਾਡੇ ਰੈਲੀਆਂ, ਇਹ ਪੋਲੀਟੀਕਲ ਗੱਲ ਹੈ। ਗੱਲ ਤਾਂ ਇਹ ਵੀ ਇੱਕ ਕਰਤਾਰਪੁਰ ਸਾਹਿਬ ਦਾ, ਗੁਰੂ ਨਾਨਕ ਸਾਹਿਬ ਦਾ ਰਸਤਾ ਖੋਲ੍ਹਣ ਵਾਲੇ ਦਾ ਆਪਾਂ ਰਸਤਾ ਬੰਦ ਕਰਤਾ ਕਾਂਗਰਸ ਸਰਕਾਰ ਨੇ, ਉਹ ਸਾਜ਼ਿਸ਼ ਹੈ। ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਦੇਖੋ 4 ਸਾਹਿਬਜ਼ਾਦੇ ਤੇ ਸਾਡਾ ਸਿਰ ਚੁੱਕਦਾ, ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਸੀ ਉਸ ਦਿਨ ਜਿਸ ਦਿਨ ਇਹ ਦਿਨ ਅਨਾਉਂਸ ਹੋਇਆ, ਕਿਉਂਕਿ ਹਰ ਬੱਚੇ ਨੂੰ ਪੜ੍ਹਾਈ ਜਾਣੀ। ਯੂਪੀ ਦੇ 'ਚ ਪੜ੍ਹਾਈ ਚੱਲ ਰਹੀ ਹੈ, ਯੂਪੀ 'ਚ ਦਸਮ ਪਾਤਸ਼ਾਹ ਦੀ ਪੜ੍ਹਾਈ ਚੱਲ ਰਹੀ, 4 ਸਾਹਿਬਜ਼ਾਦਿਆਂ ਨੂੰ ਪੜ੍ਹਾਇਆ ਜਾ ਰਿਹਾ, ਸਿਲੇਬਸ ਆ। ਪੰਜਾਬ 'ਚ ਕਿਉਂ ਨਹੀਂ ਹੋ ਰਿਹਾ? ਪੰਜਾਬੀਆਂ ਦਾ ਤਾਂ ਬਣਦਾ ਸੀ, ਅਸੀਂ ਆਪਣੇ ਆਪ ਨੂੰ ਵਾਰਿਸ ਕਰੇ ਦਸਮ ਪਾਤਸ਼ਾਹ ਦੇ, ਫਿਰ ਇੱਥੇ ਕਿਉਂ ਸਿਲੇਬਸ ਨਹੀਂ ਹੋਇਆ? ਕਿਉਂ? ਕਿਉਂਕਿ ਉਹਨਾਂ ਦੀ ਅਡੋਲਜੀ, ਮੋਦੀ ਸਾਹਿਬ ਦੀ ਅਡੋਲਜੀ ਹੈ ਕਿ ਆਪਾਂ ਪੰਜਾਬੀ ਕੌਮ ਸਾਡੀ ਹੈ, ਪੰਜਾਬ ਨੇ ਮੈਨੂੰ ਮਾਣ ਦਿੱਤਾ ਹੈ, ਪੰਜਾਬ ਦੇ ਵਿੱਚ ਮੈਂ ਰਿਹਾ ਵੀ ਹੋਇਆ ਅਤੇ ਮੈਂ ਪੰਜਾਬੀਆਂ ਨੂੰ ਕੁਝ ਦੇਣਾ। ਅਤੇ ਫਿਰ ਉਹਨਾਂ ਦੀ ਭਾਵਨਾ ਦੀ ਆਪਾਂ ਜੇ ਕਦਰ ਨਾ ਕਰੀਏ, ਸਾਨੂੰ ਸਾਰਿਆਂ ਨੂੰ ਚਾਹੀਦਾ ਸੀ ਉਸ ਦਿਨ ਗੁਰਦੁਆਰਿਆਂ 'ਚ ਅਰਦਾਸ ਕਰਦੇ ਕਿ ਮੋਦੀ ਸਾਹਿਬ ਨੇ ਸਹੀ ਕੀਤਾ, ਮੋਦੀ ਸਾਹਿਬ ਇੱਦਾਂ ਹੀ ਕੰਮ ਕਰਦੇ ਰਹਿਣ ਅਤੇ ਪੰਜਾਬ ਨੂੰ ਤਰੱਕੀਆਂ ਦੇ ਰਾਹਾਂ 'ਤੇ ਲੈ ਕੇ ਜਾਣ। ਪਰ ਨਹੀਂ, ਇੱਥੇ ਫਿਰ ਸਿਆਸਤ ਚੱਲੇਗੀ ਅਤੇ ਮੇਰਾ ਮਨ ਇਸ ਗੱਲ ਨੂੰ ਬਹੁਤ ਦੁਖਿਆ। ਤਾਂ ਹੀ ਤੁਸੀਂ BJP ਜੁਆਇਨ ਕਰੋ? ਬਿਲਕੁਲ BJP ਜੁਆਇਨ ਕਰਿਓ, ਅਡੋਲਜੀ ਹੈ। ਤੁਸੀਂ ਕਿਹਾ ਕਿ ਅਕਾਲੀ ਦਲ ਦੇ ਵਿੱਚ ਜੋ ਸਮੇਂ ਸਿਰ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ, ਤੁਹਾਡੀ ਗੱਲ ਨਹੀਂ ਸੁਣੀ ਗਈ ਅਕਾਲੀ ਦਲ 'ਚ? ਦੇਖੋ ਮੈਂ ਸਮਝਦਾ ਕਿ ਜਿੱਦਾਂ ਮੈਨੂੰ ਸਪਸ਼ਟ ਹਾਂ ਜਾਂ ਨਾ, ਤੁਹਾਡੀ ਗੱਲ ਕੱਲ੍ਹ ਸੁਣੀ ਗਈ ਜਾਂ ਨਾ? ਮੈਂ ਦੱਸਦਾ ਨਾ, ਮਨਜਿੰਦਰ ਸਿੰਘ ਸਿਰਸਾ ਜੀ ਨੇ ਵੀ ਇੱਕ ਗੱਲ ਕੀਤੀ ਸੀ ਵੀ 4-5 ਬੰਦਿਆਂ ਦਾ ਇੱਕ ਗਰੁੱਪ ਹੈ। ਉਹ ਗਰੁੱਪ ਮੇਰੇ ਖਿਆਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੱਕ, ਬਿਕਰਮ ਸਿੰਘ ਮਜੀਠੀਆ ਸਾਹਿਬ ਤੱਕ ਗੱਲ ਨਹੀਂ ਪਹੁੰਚਣ ਦਿੰਦੇ। ਜੇ ਪਹੁੰਚਣ ਦਿੰਦੇ ਆ ਤਾਂ ਫਿਰ ਕੰਨ ਦੇ ਵਿੱਚ ਇਹੋ ਜਿਹੀ ਗੱਲ ਕਹਿ ਦਿੰਦੇ ਜਿਹਦੇ ਨਾਲ ਨੈਗੇਟਿਵ ਹੋ ਜਾਂਦਾ। ਜੇ ਸੁਣੀ ਜਾਂਦੀ ਹੁੰਦੀ ਤਾਂ ਕਈ ਮੁੱਦੇ ਹੱਲ ਹੋ ਜਾਣੇ ਸੀ, ਜੇ ਸੁਣੀ ਵਰਕਰਾਂ ਦੀ ਨਹੀਂ। ਤੁਹਾਡਾ ਕਹਿਣ ਦਾ ਭਾਵ ਇੰਟਰਨਲ ਡੈਮੋਕ੍ਰੇਸੀ ਹੈ ਨਹੀਂ ਅਕਾਲੀ ਦਲ 'ਚ? ਜੇ ਹੁੰਦੀ ਤਾਂ ਫਿਰ ਮੈਨੂੰ ਛੱਡਣਾ ਨਾ ਪੈਂਦਾ। ਜਿਹੜੀ ਪਾਰਟੀ ਤੁਸੀਂ ਹੁਣ ਜੁਆਇਨ ਕੀਤੀ ਆ ਉਹਦੇ ਤਾਂ ਇਸ ਤੋਂ ਵੱਡੇ ਇਲਜ਼ਾਮ ਨੇ ਕਿ ਉਸ ਦਾ ਬਿਲਕੁਲ ਵੀ ਹੈ ਨਹੀਂ। ਦੇਖੋ ਗੱਲ ਹੈ ਵੀ ਮੈਂ ਵੀ ਉਹਨਾਂ ਨਾਲ ਮਿਲਿਆ, ਮੇਰੀਆਂ ਮੀਟਿੰਗਾਂ ਹੋਈਆਂ, ਅਤੇ ਮੈਂ ਸਮਝਦਾ ਕਿ ਉਸ ਵਿੱਚ ਕਿ ਫੈਮਿਲੀ ਦਾ ਰੂਪ ਦਿੱਤਾ ਜਾਂਦਾ, ਗੱਲ ਸੁਣੀ ਜਾਂਦੀ ਹੈ। ਵਰਕਰਾਂ ਦੀ ਪਾਰਟੀ ਹੈ, ਵਰਕਰਾਂ ਦਾ ਮੁੱਲ ਹੈ ਉੱਥੇ, ਇੱਥੇ ਵਰਕਰਾਂ ਦਾ ਮੁੱਲ ਨਹੀਂ ਹੈ। ਲਖੀਮਪੁਰ ਖੀਰੀ ਘਟਨਾ ਤੇ ਮੇਨਕਾ ਗਾਂਧੀ ਬੋਲੇ, ਉਹਨਾਂ ਦੇ ਬੇਟੇ ਬੋਲੇ, ਉਹਨਾਂ ਨੂੰ BJP ਨੇ ਕਾਰਜਕਾਰਨੀ ਤੋਂ ਬਾਹਰ ਕਰਤਾ, ਉਹ ਇੰਟਰਨਲ ਡੈਮੋਕ੍ਰੇਸੀ ਆ? ਦੇਖੋ ਮੈਂ ਇਹ ਗੱਲ ਕਹਿਣਾ ਕਿ ਕਾਂਗਰਸ ਕਿਉਂ ਕਰ ਰਹੀ ਹੈ, ਕਿਹੜੀ ਕਾਂਗਰਸ ਬੋਲ ਰਹੀ ਹੈ? ਜਿਹੜੀ ਸਿੱਖਾਂ ਦੇ ਗੱਲਾਂ 'ਚ ਟਾਇਰ ਪਾਉਣ ਵਾਲੀ ਬੋਲ ਰਹੀ ਹੈ? ਨਹੀਂ, ਇਹ ਸਪਸ਼ਟ ਆ। ਲਖੀਮਪੁਰ ਖੀਰੀ ਘਟਨਾ ਤੇ ਬੋਲੇ ਮੇਨਕਾ ਗਾਂਧੀ ਤੇ ਉਹਨਾਂ ਦੇ ਪੁੱਤਰ, ਉਹਨਾਂ ਨੂੰ ਬਾਹਰ ਕਰਤਾ BJP ਨੇ ਕਾਰਜਕਾਰਨੀ ਤੋਂ। ਕੀ ਕਹਿ ਰਹੇ ਜੀ, ਸੱਜਣ ਕੁਮਾਰ ਜਦੋਂ ਅੰਦਰ ਹੋਇਆ
ਉਦੋਂ ਸੋਨੀਆ ਗਾਂਧੀ ਜੀ ਦਾ ਆਵਾਜ਼ ਕਿਉਂ ਨਹੀਂ ਨਿਕਲੀ? ਉਦੋਂ ਰਾਹੁਲ ਗਾਂਧੀ ਜੀ ਦੀ ਆਵਾਜ਼ ਕਿਉਂ ਨਹੀਂ ਨਿਕਲੀ? ਨਿਕਲਣੀ ਚਾਹੀਦੀ ਸੀ। ਉਦੋਂ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਕਿਉਂ ਨਹੀਂ ਨਿਕਲੀ? ਉਦੋਂ ਚੰਨੀ ਸਾਹਿਬ ਦੀ ਆਵਾਜ਼ ਕਿਉਂ ਨਹੀਂ ਨਿਕਲੀ? ਕਿਉਂ ਨਹੀਂ ਨਿਕਲੀ? ਇਹ ਸਿਰਫ ਵੋਟਾਂ ਦੀ ਰਾਜਨੀਤੀ ਕਰਦੇ ਆ। ਜਿੱਥੇ ਮੁੱਦਾ ਦੇਖਦੇ ਆ, ਜਿੱਥੇ ਸਾਡਾ ਮੁੱਦੇ 'ਚ ਫਾਇਦਾ ਹੁੰਦਾ, ਉੱਥੇ ਬੋਲਦੇ ਆ। ਮੈਂ ਤਾਂ ਬੇਬਾਕੀ ਨਾਲ ਹਰ ਗੱਲ 'ਤੇ ਬੋਲਦਾ। ਮੈਂ ਹਰ ਗੱਲ 'ਤੇ ਜਿੱਥੇ ਜੇ ਮੈਨੂੰ ਲੱਗੂਗਾ ਬੀਜੇਪੀ ਦੇ ਵਿੱਚ ਕੋਈ ਗੱਲ ਹੈ, ਮੈਂ ਸਟੇਜ 'ਤੇ ਚੜ੍ਹ ਕੇ ਗੱਲ ਕਹਿਣ ਵਾਲਾ ਬੰਦਾ, ਪਿੱਛੇ ਹਟਣ ਵਾਲਾ ਨਹੀਂ ਬੰਦਾ। ਪਰ ਮੈਂ ਇਹ ਗੱਲ ਕਹਿਣਾ, ਮੋਦੀ ਸਾਹਿਬ ਸਾਡੀਆਂ ਭਾਵਨਾ ਸਮਝਦੇ। ਮੈਂ ਮੋਦੀ ਸਾਹਿਬ ਦੀ ਭਾਵਨਾ ਨਾਲ ਜੁੜਿਆ। ਬੀਜੇਪੀ ਇੱਕ ਪਰਿਵਾਰ ਆ ਜਿਹੜਾ ਵਰਕਰਾਂ ਦਾ ਪਰਿਵਾਰ ਮੰਨਿਆ ਜਾਂਦਾ। ਹਰ ਜਗ੍ਹਾ 'ਤੇ ਦੇਖੋ, ਪੰਨਾ ਪ੍ਰਧਾਨ ਵੀ ਆ। ਇੱਕ ਤੁਸੀਂ ਇੱਕ ਚੀਜ਼ ਨੋਟ ਕਰੋ, ਹਰ ਵਰਕਰ ਦਾ ਮੁੱਲ ਹੈ ਇੱਥੇ, ਛੋਟੇ ਤੋਂ ਛੋਟੇ ਅਹੁਦੇ ਦਾ ਵੀ ਮੁੱਲ ਹੈ। ਅਤੇ ਅਕਾਲੀ ਦਲ 'ਚ ਆਪਾਂ ਰੋੜੀਆਂ ਵਾਂਗ ਵੰਡੀ ਜਾਂਦੇ, ਫਿਰ ਉਹਦਾ ਆਪਾਂ ਅਹੁਦੇ ਦਾ ਕੀ ਆਪਾਂ ਨਿਰਾਦਰੀ ਨਹੀਂ ਕਰਦੇ। ਮੈਂ ਇਹ ਗੱਲ ਕਹਿਣਾ ਚਾਹੁੰਦਾ, ਅੱਜ ਸਾਨੂੰ ਸਿੱਖਾਂ ਨੂੰ, ਸਾਨੂੰ ਹਿੰਦੂਆਂ ਨੂੰ, ਹਰ ਧਰਮ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਸਮਝਣਾ ਪੈਣਾ ਕਿ ਸਾਡਾ ਅੱਜ ਸਟੇਟ ਦਾ ਫਾਇਦਾ, ਸਾਡੀ ਸਟੇਟ ਦੀ ਤਰੱਕੀ ਕਿਹਦੇ ਵਾਸਤੇ ਆ। ਸਾਨੂੰ ਤਰੱਕੀ ਦੇ ਤਰ੍ਹਾਂ ਤਾਂ ਜ਼ਰੂਰਤ ਹੈ। ਸਾਡੀ ਕਿਸਾਨੀ ਖੇਤਰ ਹੈ ਗਗਨ ਜੀ, 3 ਤਰਫਾ ਸਾਡਾ ਬਾਰਡਰ ਹੈ। ਕੋਈ ਹੋਰ ਕੰਮ ਨਹੀਂ ਜੇ ਤਾਂ ਸਾਡਾ ਇਨਕਮ ਸੋਰਸ ਹੋਵੇ। ਅਤੇ ਕੀ ਅਸੀਂ ਕੇਂਦਰ ਦੇ ਸਰਕਾਰ ਨਾਲ ਲੜ ਕੇ ਆਪਣੇ ਪੰਜਾਬ ਦੀ ਤਰੱਕੀ ਕਰਾ ਲਾਂਗੇ? ਕਦੀ ਨਹੀਂ ਕਰਦੇ। ਉਹ ਆਪਾਂ ਲੜਦੇ ਵੀ ਰਹੇ, ਉਹ ਫਿਰ ਸਾਨੂੰ ਦੇ ਰਹੇ ਆ। ਇਹ ਇਲੈਕਸ਼ਨ ਕੋਡ ਨਾਲ ਲੱਗਦਾ ਨਾ, ਜੇ ਉੱਥੇ ਰੈਲੀ ਹੋ ਜਾਂਦੀ, ਜਿੰਨੀਆਂ ਅਨਾਊਂਸਮੈਂਟਾਂ ਹੋਣੀਆਂ ਸੀਗੀਆਂ ਕਿਸਾਨਾਂ ਵਾਸਤੇ, ਜਿੰਨੀਆਂ ਅਨਾਊਂਸਮੈਂਟ ਹੋਣੀਆਂ, ਸਾਡੇ ਕਰਜ਼ੇ ਕਈ ਮਾਫ ਹੋਏ ਨੇ। ਜਿਹੜਾ ਜਿਸ ਖੜਗੋਵਾਦ ਦੇ ਵਿੱਚ ਸਾਡੇ ਕਰਜ਼ੇ ਚੜੇ ਸੀਗੇ, ਕਿੰਨੀਆਂ ਚੀਜ਼ਾਂ ਛੜੇ, ਇੰਡਸਟਰੀ ਵਾਸਤੇ ਪੈਕੇਜ ਮਿਲਣਾ ਸੀ, ਕਿੰਨੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਣਾ ਸੀ, ਕਿੰਨੀ ਇੰਡਸਟਰੀ ਆਣੀ ਸੀ ਇੱਥੇ। ਪਰ ਕਾਂਗਰਸ ਸਰਕਾਰ ਨੇ ਵੋਟਾਂ ਦੀ ਰਾਜਨੀਤੀ। ਵੈਸੇ ਮੋਦੀ ਸਾਹਿਬ ਤਾਂ ਸਾਰੀ ਗੱਲ ਟੀਵੀ ਤੇ ਰੇਡੀਓ ਤੇ ਹੀ ਕਰਦੇ ਆ, ਮਨ ਕੀ ਬਾਤ 'ਚ ਕਰਦੇ ਆ। ਅਨਾਊਂਸਮੈਂਟਾਂ ਕਰਨੀਆਂ ਨੇ, ਮਨ ਕੀ ਬਾਤ 'ਚ ਕਰ ਦੇਣਾ। ਸਰ ਅਗਲੇ ਦਿਨ ਕੋਡ ਲੱਗ ਗਿਆ। ਕੋਡ ਤੇ ਹੁਣ ਇਲੈਕਸ਼ਨ ਕੋਡ ਤੇ ਨਹੀਂ ਹੋ ਸਕਦਾ। ਪਰ ਮੈਂ ਇੱਕ ਗਰੰਟੀ ਦਿੰਦਾ, ਇਹ ਨਹੀਂ ਕਿ ਉਹਨਾਂ ਨੇ ਐਂ ਕਰਤਾ ਸੀ ਰੁਕ ਜਾਂਗੇ। ਰੁਕਦੇ ਨਹੀਂ। ਮੋਦੀ ਸਾਹਿਬ ਇਹ ਸਾਰੀਆਂ ਅਨਾਊਂਸਮੈਂਟਾਂ ਕਰਨਗੇ। ਅਸੀਂ ਪੰਜਾਬ ਦੇ ਲੋਕਾਂ ਨੂੰ ਤਰੱਕੀ 'ਤੇ ਲੈ ਕੇ ਨਵੇਂ ਪੰਜਾਬ ਦੀ ਰਚਨਾ ਕਰਨੀ ਆ। ਜੋ ਦਸਮ ਪਾਤਸ਼ਾਹ ਨੇ ਰਚਨਾ ਕੀਤੀ ਸੀਗੀ, ਉਸੇ ਰਾਹਾਂ 'ਤੇ ਚੱਲਣ ਦੀ ਕੋਸ਼ਿਸ਼ ਕਰਨੀ ਆ। ਕਿਉਂਕਿ ਅਸੀਂ ਹੈ ਤਾਂ ਕੁਛ ਨਹੀਂ। ਗੁਰਬਾਣੀ ਕਹਿੰਦੀ ਜੈਸੀ ਹਿੰਮਤ ਦੇਈ ਤੈਸਾ ਪ੍ਰਗਾਸ। ਅਤੇ ਜਿੰਨੀ ਕੁ ਮੱਤ ਦਿੱਤੀ ਆ, ਕੰਮ ਜ਼ਰੂਰ ਕਰਾਂਗੇ ਆਪਣੇ। ਕਿਉਂਕਿ ਇੱਕ ਵਰਕਰ ਦਾ ਨਾ ਖੂਨ ਪਸੀਨਾ ਲੱਗਾ ਹੁੰਦਾ, ਕਿਸੇ ਵਾਸਤੇ ਵੀ ਖੂਨ ਪਸੀਨਾ ਲੱਗਾ ਹੁੰਦਾ। ਉਹ ਖੂਨ ਪਸੀਨਾ ਜਾਇਆ ਨਹੀਂ ਜਾਣਾ ਚਾਹੀਦਾ। ਕਈ ਵਾਰੀ ਪਾਰਟੀਆਂ ਵਾਲੇ ਟਿੱਚ ਸਮਝਦੇ, ਟਿੱਚ ਨਹੀਂ ਹੁੰਦੇ ਵਰਕਰ। ਵਰਕਰ ਸਮਾਜ ਦੀ ਰਚਨਾ ਕਰਦੇ ਆ, ਵਰਕਰ ਪਾਰਟੀ ਦੀ ਰਚਨਾ ਕਰਦੇ, ਅਤੇ ਵਰਕਰਾਂ ਦਾ ਮੁੱਲ ਹੈ। ਤੁਹਾਨੂੰ ਟਿੱਚ ਸਮਝਿਆ ਗਿਆ ਅਕਾਲੀ ਦਲ 'ਚ? ਜੇ ਟਿੱਚ ਨਾ ਸਮਝਿਆ ਹੁੰਦਾ ਤਾਂ ਫਿਰ ਇੱਥੇ ਨਾ ਹੁੰਦਾ। ਗੱਲ ਕੀ ਹੋ ਗਈ? ਤੁਸੀਂ 17 ਸਾਲ ਲਾਏ। ਜਦੋਂ ਮਜੀਠੀਆ ਨੇ ਆਉਣਾ, ਜਦੋਂ ਲਾਠੀ ਚਾਰਜ ਹੋਣਾ, ਤੁਸੀਂ ਮਜੀਠੀਆ ਦੇ ਅੱਗੇ ਹੋ ਜਾਣਾ। ਕਿਤੇ ਅਨਫੋਰਚੂਨੇਟਲੀ ਦਸਤਾਰਾਂ ਵੀ ਉਤਰੀਆਂ ਤਾਂ ਤੁਸੀਂ ਅੱਗੇ। ਫਿਰ ਇਹੋ ਜਿਹਾ ਕੀ ਹੋ ਗਿਆ? ਇੰਨੀ ਪੱਕੀ ਯਾਰੀ ਸੀਗੀ। ਜਦੋਂ ਮੋਦੀ ਸਾਹਿਬ ਦੇ ਮੈਂ ਹੱਕ 'ਚ ਲਿਖਤਾ ਕਿ ਪ੍ਰਧਾਨ ਮੰਤਰੀ ਦਾ ਕਾਫਲਾ ਨਹੀਂ ਰੁਕਣਾ ਚਾਹੀਦਾ ਸੀ, ਉਹਦੇ 'ਤੇ ਮੇਰੇ 'ਤੇ ਕਿੰਤੂ ਬੰਤਰੂ। ਜੇ 4 ਸਾਹਿਬ ਕਿਹਨੇ ਕੀਤਾ ਕਿੰਤੂ ਪਰੰਤੂ? ਪਾਰਟੀ ਦੇ ਅਲੱਗ ਕਈ ਬੰਦੇ ਹੁੰਦੇ ਜਿਹੜੇ ਗਰੁੱਪ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਗੈਂਗ ਹੈਗਾ ਜਿਹੜਾ ਸਮਝਣ ਨਹੀਂ ਦੇਣਾ ਚਾਹੁੰਦਾ। ਮੇਰੇ ਖਿਆਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੋਣ, ਚਾਹੇ ਮੈਂ ਬਾਰ-ਬਾਰ ਕਹਿ ਰਿਹਾ ਮਜੀਠੀਆ ਸਾਹਿਬ ਹੋਣ, ਉਹਨਾਂ ਨੂੰ ਸਮਝਣ ਨਹੀਂ ਦੇਣਾ ਚਾਹੁੰਦਾ। ਪਰ ਮੈਂ ਸਮਝਦਾ ਕਿ ਜਿਹੜੇ ਅਗਵਾਈ ਕਰਨ ਵਾਲੇ ਜਥੇਦਾਰ ਹੁੰਦੇ ਨਾ, ਉਹਨਾਂ ਨੂੰ ਹਰ ਬੰਦੇ ਦੀ ਸੁਣਨੀ ਜ਼ਰੂਰੀ ਹੁੰਦੀ, ਪਰ ਕਰਨੀ ਉਹ ਚਾਹੀਦੀ ਹੈ ਜਿਹੜੀ ਠੀਕ ਹੋਵੇ। ਜੇ ਉਹਨਾਂ ਨੇ ਕੋਈ ਰਾਏ ਦਿੱਤੀ ਹੈ, ਜੇ ਠੀਕ ਨਹੀਂ ਹੋਈ, ਤਾਂ ਫਿਰ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਨਹੀਂ, ਮੈਂ ਤਾਂ ਅਕਾਲੀ ਹਾਂ, ਦਿਲੋਂ ਅਕਾਲੀ ਹਾਂ। ਭਾਰਤੀ ਜਨਤਾ ਪਾਰਟੀ 'ਚ ਅਕਾਲੀ ਦਾ ਮਤਲਬ, ਖਾਲਸੇ ਦਾ ਮਤਲਬ ਕੀ ਹੁੰਦਾ? ਖਾਲਸੇ ਦਾ ਬੰਦਾ ਖਾਲਸ ਸੋਚ ਰੱਖੇ, ਖਾਲਸ ਸੋਚ ਕਰਕੇ ਆਪਣੇ ਭਾਈਚਾਰਕ ਸਾਂਝ ਵਧਾਏ। ਸਾਨੂੰ ਤਾਂ ਕਿਸੇ ਨੇ ਚੋਵਰਨਾ ਉਪਦੇਸ਼ ਸਾਂਝਾ ਹੈ ਸਾਡੇ ਵਾਸਤੇ। ਕੀ ਅਸੀਂ ਕਿਸੇ ਕੱਟੜਵਾਤਾ ਵੱਲ ਜਾਣਾ? ਸਾਡਾ ਤਾਂ ਇੱਕੋ ਹੀ ਗੱਲ ਹੈ ਵੀ ਸਾਰੇ ਧਰਮਾਂ ਨੂੰ, ਗੁਰੂ ਨਾਨਕ ਸਾਹਿਬ ਨੇ ਸਾਰੇ ਧਰਮਾਂ ਨੂੰ ਗਲੇ ਲਾਇਆ, ਅਤੇ ਸਾਡਾ ਫਰਜ਼ ਬਣਦਾ ਹਰ ਬੰਦੇ ਨੂੰ ਗਲੇ ਲਾਈਏ। ਆਪਾਂ ਅੱਜ ਪੰਜਾਬ ਦੀ ਰਚਨਾ ਕਰੀਏ। ਆਪਾਂ ਸਾਜ਼ਿਸ਼ ਦੇ ਤਹਿਤ, ਕਾਂਗਰਸ ਨੇ ਸਾਜ਼ਿਸ਼ ਰਚੀ, ਆਪਾਂ ਫਸ ਗਏ। ਫਿਰ ਆਪਣੀ ਆਈਡੀਓਲੋਜੀ ਕੀ ਹੈ? ਫਿਰ ਆਪਣੀ ਸੋਚ ਕੀ ਹੈ? ਇਹਦਾ ਮਤਲਬ ਆਪਾਂ ਸੋਚ ਦੇ ਗੁਲਾਮ ਹਾਂ। ਮੈਂ ਗੁਲਾਮ ਨਹੀਂ ਹਾਂ। ਤੁਸੀਂ ਛੱਡ ਕੇ ਸਿਆਸਤ ਛੱਡ ਕੇ 3 ਮਹੀਨੇ ਘਰੇ ਬੈਠੇ ਰਹੇ, 6 ਮਹੀਨੇ ਤੁਸੀਂ ਨਾਰਾਜ਼ ਰਹੇ ਪਾਰਟੀ ਦੇ ਨਾਲ। ਤੁਹਾਨੂੰ ਕਦੇ ਮਜੀਠੀਆ, ਕਦੇ ਸੁਖਬੀਰ ਬਾਦਲ, ਕਦੇ ਮਨਾਇਆ ਨਹੀਂ? ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ? ਦੇਖੋ, ਮੈਂ ਇਹ ਗੱਲ ਕਹਿਣਾ, ਮੇਰੇ ਮੰਨਣ ਨਾ ਮੰਨਣ ਇੱਕ ਛੋਟੀ ਚੀਜ਼ ਹੈ। ਨਹੀਂ, ਤੁਸੀਂ ਤਾਂ ਬੜਾ ਕੰਮ ਕੀਤਾ ਨਾ ਉਹਨਾਂ ਲਈ। ਉਹਨਾਂ ਨੇ ਕੋਸ਼ਿਸ਼ ਕੀਤੀ ਤੁਹਾਨੂੰ ਮਨਾਉਣ ਦੀ, ਹਾਂ ਜਾਂ ਨਾ ਦੱਸੋ? ਦੇਖੋ, ਮੈਂ ਦੱਸਣ ਲੱਗਾ ਨਾ, ਪਾਰਟੀ 'ਚ ਮੈਂ ਹਾਂ ਨਹੀਂ ਹਾਂ, ਇਹ ਕੋਈ ਵੱਡੀ ਗੱਲ ਨਹੀਂ ਹੈ। ਬੜੇ ਵਰਕਰ ਹੁੰਦੇ ਆ, ਮੇਰੇ ਵਰਗੇ ਗੋਸ਼ੇ ਕਿੰਨੇ ਲੱਖਾਂ ਹੁੰਦੇ ਯਾਰ, ਪਾਰਟੀਆਂ ਕੋਲ ਹੁੰਦੇ ਆ। ਗੱਲ ਇਹ ਆ ਅਸਲ 'ਚ ਕਿ ਸਾਡੀ ਸੋਚ ਕਿੱਥੇ ਜਾ ਰਹੀ ਹੈ। ਜੇ ਸਾਡੀ ਸੋਚ ਸਹੀ ਹੋਊਗੀ ਤਾਂ ਪਾਰਟੀ ਦੇ ਵਿੱਚ ਅਸੀਂ ਸਹੀ ਕੰਮ ਕਰ ਸਕਾਂਗੇ। ਜੇ ਸਾਡੀ ਸੋਚ ਸਹੀ ਦਿਸ਼ਾ ਵੱਲ ਨਹੀਂ ਜਾ ਰਹੀ, ਅਸੀਂ ਭਟਕ ਰਹੇ ਹਾਂ, ਫਿਰ ਸਾਡਾ ਫਰਜ਼ ਬਣਦਾ, ਜੇ ਅਸੀਂ ਦਿਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਅਤੇ ਇਗਨੋਰ ਕੀਤਾ ਗਿਆ, ਅਤੇ ਉਹਨਾਂ ਨੂੰ ਲੱਗਦਾ ਸੀ ਸਿਆਣਾ ਨਹੀਂ ਹੁੰਦਾ। ਜੇ ਸਾਨੂੰ ਲੱਗਦਾ ਹੁੰਦਾ ਕਿਤੇ ਗਲਤ ਚੱਲ ਰਿਹਾ, ਤਾਂ ਸਾਡਾ ਫਰਜ਼ ਹੁੰਦਾ ਆਪਣੇ ਪਰਿਵਾਰ ਦੇ ਵਿੱਚ ਵੀ ਵੱਡੇ ਬੰਦੇ ਨੂੰ ਕਹਿੰਦਾ ਬੰਦਾ ਵੀ ਇਹਦੀ ਗੱਲ ਠੀਕ ਨਹੀਂ ਲੱਗ ਰਹੀ। ਅਤੇ ਜੇ ਬੱਚਿਆਂ ਦੀ ਨਾ ਸੁਣੀ ਜਾਵੇ ਤਾਂ ਮੈਂ ਸਮਝਦਾ ਪਰਿਵਾਰ ਨਹੀਂ ਹੁੰਦਾ। ਅੱਜ ਜ਼ਰੂਰਤ ਹੈ ਪੰਜਾਬ ਨੂੰ। ਦੇਖੋ, ਫਿਰ ਮੈਂ ਵਾਰ-ਵਾਰ ਇੱਕ ਗੱਲ ਕਹਿਣਾ ਚਾਹੁੰਦਾ, ਪੰਜਾਬ ਬਹੁਤ ਮਾੜੇ ਹਾਲਾਤਾਂ 'ਚ ਹੈ। ਸਾਡੀ ਇਕਨੋਮੀ ਬੜੀ ਡਾਊਨ, -2.8 ਚਲੇ ਗਈ ਹੈ। ਅਤੇ ਅੱਪ ਕਿੰਨੇ ਕਰੇ? ਇੰਡੀਆ ਦੀ ਅੱਪ ਜਾਣੀ ਸ਼ੁਰੂ ਹੋ ਗਈ ਹੈ ਲੋਕਡਾਊਨ ਤੋਂ ਬਾਅਦ। ਇਹਨਾਂ ਦੀ ਡਾਊਨ ਜਾ ਰਹੀ ਹੈ। ਕਿਉਂ ਡਾਊਨ ਜਾ ਰਹੀ ਹੈ? ਕਿਉਂਕਿ ਇਹ ਕਿਸੇ ਦਾ ਧਿਆਨ ਨਹੀਂ ਹੈਗਾ। ਕਾਂਗਰਸ ਨੇ 5 ਸਾਲ ਰੋਲ 'ਤੇ ਆ, ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸੀ, ਨਹੀਂ ਧਿਆਨ ਦਿੱਤਾ ਜੀ। ਕਿਉਂਕਿ ਜੇ ਧਿਆਨ ਦਿੱਤਾ ਹੁੰਦਾ ਤਾਂ ਸ਼ਾਇਦ ਮੈਂ ਅੱਜ ਤੁਹਾਡੇ ਨਾਲ ਇਸ ਗੱਲ 'ਤੇ ਇੰਟਰਵਿਊ ਨਾ ਦਿੰਦਾ ਹੁੰਦਾ।
ਨਹੀਂ ਤੇ ਬੀਜੇਪੀ ਨੂੰ ਕਿਸਾਨਾਂ ਦੀ ਹਥਿਆਰਾ ਪਾਰਟੀ ਕਿਹਾ ਗਿਆ, ਮਤਲਬ ਕਹਿੰਦੇ ਨੇ ਲੋਕ, ਕਿਉਂਕਿ ਤੁਹਾਨੂੰ ਜਦੋਂ ਬੀਜੇਪੀ ਜੁਆਇਨ ਕੀਤੀ 700 ਪਲੱਸ ਕਿਸਾਨਾਂ ਦੀ ਸ਼ਹਾਦਤ, ਤੁਹਾਨੂੰ ਉਹ ਨਹੀਂ ਯਾਦ ਆਈ? ਬੜਾ ਦੁੱਖ ਹੈ ਜੀ। ਮੈਂ ਪਹਿਲੇ ਦਿਨ ਕਿਸਾਨਾਂ ਦੇ ਨਾਲ ਗਿਆ। ਫਿਰ ਉਹ ਬੀਜੇਪੀ ਦੇ ਕਰਕੇ ਹੀ ਹੋਈ ਆ ਨਾ। ਮੈਂ ਪਹਿਲੇ ਦਿਨ ਕਿਸਾਨਾਂ ਦੇ ਨਾਲ ਗਿਆ ਸੀਗਾ। ਮੈਂ ਕਹਿੰਦਾ ਇਹ ਚੀਜ਼ ਨੂੰ ਉੱਥੇ ਹੀ ਹੱਲ ਕਰ ਦੇਣਾ ਚਾਹੀਦਾ ਸੀਗਾ। ਕਾਂਗਰਸ ਨੂੰ ਵੀ ਚਾਹੀਦਾ ਸੀਗਾ ਵੀ ਆਪਣੇ ਵੱਲ ਨਾ ਦੇਖਦੇ, ਆਪਣੀਆਂ ਵੋਟਾਂ ਦੀ ਰਾਜਨੀਤੀ ਨਾ ਦੇ ਸਾਰੇ ਜਾਣੇ ਬੈਠ ਕੇ ਪ੍ਰਧਾਨ ਮੰਤਰੀ ਸਾਹਿਬ ਕੋਲ ਬੈਠ ਕੇ ਹੱਲ ਕਰਾ ਸਕਦੇ ਸੀ। ਬਾਅਦ 'ਚ ਵੀ ਤਾਂ ਹੱਲ ਹੋਇਆ ਨਾ। ਬਾਅਦ 'ਚ ਵੀ ਤਾਂ ਕੋਈ ਬੰਦੇ ਆਏ ਨਾ ਜਿਨ੍ਹਾਂ ਨੇ ਗੱਲ ਦੱਸੀ, ਕਿਉਂਕਿ ਰਾਬਤਾ ਪੁੱਲ ਦਾ ਕੰਮ ਕਿਹਨੇ ਕਰਨਾ? ਸਰਕਾਰ ਕਾਂਗਰਸ ਦੀ ਸੀ ਪੰਜਾਬ 'ਚ, ਰਾਬਤਾ ਕਿਹਨੇ ਕਰਨਾ ਸੀ? ਪੰਜਾਬ ਨੇ ਕਰਨਾ ਸੀ। ਪਰ ਪੰਜਾਬ ਨੇ ਉਹ ਮੋਹਰੀ ਕਤਾਰ ਦਾ ਰੋਲ ਨਹੀਂ ਅਦਾ ਕੀਤਾ, ਤਾਂ ਹੀ ਅਸੀਂ ਇੰਨਾ ਟਾਈਮ ਲੱਗ ਗਿਆ। ਅਤੇ ਬਾਅਦ 'ਚ ਪ੍ਰਧਾਨ ਮੰਤਰੀ ਸਾਹਿਬ ਉਹ ਵੀ ਪ੍ਰਧਾਨ ਮੰਤਰੀ ਹੋਏ ਆ ਜਿਨ੍ਹਾਂ ਨੇ ਸਿੱਖਾਂ ਦੇ ਗੱਲਾਂ 'ਚ ਟਾਇਰ ਪਾ ਕੇ ਗੁਰਦੁਆਰਾ ਸਾਹਿਬ 'ਤੇ ਹਮਲੇ ਕਰਕੇ ਕਦੀ ਮੂੰਹ 'ਚੋਂ ਮਾਫੀ ਵੀ ਨਹੀਂ ਮੰਗੀ। ਅਤੇ ਇਹਨਾਂ ਨੇ ਤਾਂ ਫਿਰ ਉਹ ਆਪਣੇ ਸ਼ਬਦ ਵਾਪਸ ਲਿਆ, ਕਹਿੰਦੇ ਮੈਂ ਨਹੀਂ ਸਮਝਾ ਪਾਇਆ। ਮੈਂ ਇਸ ਗੱਲ ਨੂੰ ਰਿਲਾਈਜ਼ ਕਰਦਾ ਇਸ ਤੋਂ ਵਧੀਆ ਗੱਲ ਇਲਜ਼ਾਮ ਤਾਂ ਬੀਜੇਪੀ ਤੇ ਵੀ ਬੜੇ। ਮੈਂ ਦੱਸਿਆ 2020 ਦੇ NRC CAA ਵਾਲੇ ਦੰਗੇ ਹੋ ਗਏ, ਚਾਹੇ ਯੂਪੀ ਦੇ ਦੰਗੇ ਹੋ ਗਏ, ਇਲਜ਼ਾਮ ਤਾਂ ਬੀਜੇਪੀ ਤੇ ਵੀ ਬੜੇ ਨੇ। ਉਹ ਇਲਜ਼ਾਮ ਹੈ। ਇੱਥੇ ਸੱਜਣ ਕੁਮਾਰ ਜਦੋਂ ਅੰਦਰ ਗਿਆ ਉਹ ਕੌਣ ਸੀ? ਉਹ ਕਾਂਗਰਸੀ ਨਹੀਂ ਸੀ। ਟਾਈਟਲਾਂ ਨੂੰ ਸਟ੍ਰੀਮ ਲਾਈਨ 'ਚ ਲੈਂਦਾ ਉਹ ਕਾਂਗਰਸੀ ਨਹੀਂ ਸੀਗਾ। ਇਹ ਤਾਂ ਸਾਬਿਤ ਹੋ ਗਿਆ ਨਾ। ਜੇ ਉਹਨਾਂ 'ਤੇ ਸਾਬਿਤ ਹੋ ਗਿਆ, ਦੱਸਣ ਸਾਬਿਤ ਕਰਨ, ਕੋਰਟ ਦਾ ਪ੍ਰੋਸੈਸ ਹੈ। ਮੈਂ ਤਾਂ ਨਹੀਂ ਕਹਿੰਦਾ ਨਾ ਕਰਨ, ਪਰ ਜਿੱਥੇ ਸਾਬਿਤ ਹੋ ਗਿਆ ਕਾਂਗਰਸ ਸਰਕਾਰ ਦਾ ਉਦੋਂ ਮੌਜੂਦਾ ਅਹੁਦੇਦਾਰ ਸੀਗਾ ਸੱਜਣ ਕੁਮਾਰ, ਫਿਰ ਉਦੋਂ ਕਿੱਥੇ ਸੀਗਾ? ਉਦੋਂ ਕਾਂਗਰਸ ਚੁੱਪ ਕਿਉਂ ਗਈ ਸੀਗਾ? ਇਹ ਚੁੱਪੀ ਉਹਨਾਂ ਦੀ ਦੱਸਦੀ ਹੈ ਕਿ ਉਹ ਸਿਰਫ ਵੋਟਾਂ ਦੀ ਰਾਜਨੀਤੀ, ਸਿਰਫ ਧਰਮਾਂ ਦੀ ਲੜਾਈਆਂ ਪਾ ਕੇ ਕਰਨਾ ਚਾਹੁੰਦੀ ਹੈ। ਸਾਨੂੰ ਬਰਦਾਸ਼ਤ ਨਹੀਂ ਹੈ ਪੰਜਾਬੀਆਂ ਨੂੰ। ਪੰਜਾਬ ਨੂੰ ਹੁਣ ਤਰੱਕੀ ਚਾਹੀਦੀ ਹੈ। ਤੇ ਦੂਜਾ ਇੱਕ RSS ਤੇ ਬੀਜੇਪੀ ਬਾਰੇ ਨਾ ਪੰਜਾਬ 'ਚ ਖਾਸ ਕਰ ਸਿੱਖਾਂ 'ਚ ਹਊਆ ਬੜਾ ਇਹ ਚੀਜ਼ ਦਾ ਕਿ ਬੀਜੇਪੀ ਅੱਗੇ ਆ ਗਈ, RSS ਉਹਦੀ ਬੈਕ ਤੇ ਆ, ਪੰਜਾਬ ਦੀਆਂ ਜਿਹੜੀਆਂ ਸਿੱਖਾਂ ਦੀਆਂ ਸੰਸਥਾਵਾਂ ਨੇ ਉਹਨਾਂ 'ਤੇ ਕਾਬਜ਼ ਹੋ ਜੂਗੀ। ਇਹ ਬੜਾ ਡਰ। ਇਹ ਨਾ ਇੱਕ ਕਾਂਗਰਸ ਨੇ ਇੱਕ ਬਹੁਤ ਅੱਛਾ ਵਰਡ ਬਣਾਇਆ ਵਾਲਾ, ਉਹ ਆਪਣੇ ਫਾਇਦੇ ਵਾਸਤੇ ਅੱਛਾ ਵਰਡ, ਲੋਕਾਂ ਵਾਸਤੇ ਮਾੜਾ ਸ਼ਬਦ ਹੈ, ਪੰਜਾਬੀਆਂ ਵਾਸਤੇ ਮਾੜਾ ਸ਼ਬਦ ਹੈ। ਇਹ ਤਾਂ ਕਰਕੇ ਬਣਾਇਆ ਕਿ ਉਹ ਆਪਣੀ ਸੱਤਾ ਦੁਬਾਰਾ ਹਾਸਲ ਕਰ ਸਕੇ, ਆਪਣੀ ਸੱਤਾ 'ਚ ਰਹਿ ਸਕੇ। ਵਿਚਾਰ ਹੈ ਯਾਰ, ਤੁਸੀਂ ਇਲੈਕਸ਼ਨ ਲੜ ਕੇ, ਹੁਣ ਭਾਰਤੀ ਜਨਤਾ ਪਾਰਟੀ ਇਲੈਕਸ਼ਨ ਲੜ ਕੇ ਆਈ ਹੈ, ਲੜ ਕੇ ਤਾਂ ਨਹੀਂ ਆਈ, ਡੰਡਿਆਂ ਨਾਲ ਤਾਂ ਨਹੀਂ ਆ ਗਈ, ਗੋਲੀਆਂ ਮਾਰ ਕੇ ਤਾਂ ਨਹੀਂ ਆ ਗਈ। ਇਹ ਤਾਂ ਗੋਲੀਆਂ ਮਾਰ ਕੇ ਆਇਆ। ਮੈਂ ਸਮਝਦਾ ਜਾਣਬੁੱਝ ਕੇ ਹਊਆ ਬਣਾਇਆ ਜਾਂਦਾ ਪੰਜਾਬੀਆਂ ਦੇ ਵਿੱਚ, ਜਾਣਬੁੱਝ ਕੇ ਇਹ ਚੀਜ਼ ਦੀ ਬਦਨਾਮੀ ਕੀਤੀ ਜਾਂਦੀ ਆ ਵੀ ਸ਼ਾਇਦ ਪੰਜਾਬੀ ਇਹਨਾਂ ਦੀ ਗੱਡੀ 'ਚ ਨਾ ਚੜ੍ਹ ਜਾਣ। ਹੁਣ ਪੰਜਾਬੀ ਗੱਡੀ ਚੜ੍ਹਨ ਲੱਗਿਆ, ਕਿਉਂਕਿ ਪੰਜਾਬ ਨੂੰ ਅੱਜ ਚਾਹੀਦਾ ਹੈ ਚੰਗਾ ਪੰਜਾਬ ਚਾਹੀਦਾ। ਕਿਉਂਕਿ ਸਾਡੇ ਦੇਖੋ, ਅੱਜ ਤੁਸੀਂ ਖੋਲ੍ਹ ਦਿਓ ਕੈਨੇਡਾ ਦਾ ਰਸਤਾ, ਬਗੈਰ ਆਇਲਸ ਤੋਂ ਖੋਲ੍ਹ ਦਿਓ ਵੀ ਕੈਨੇਡਾ ਜਾ ਸਕਦੇ ਆ, ਖੋਲ੍ਹ ਦੇਣ ਕੈਨੇਡਾ ਵਾਲੇ, ਬਾਹਰਲੇ ਯੂਰਪ ਵਾਲੇ, ਜਾਂ ਖੋਲ੍ਹ ਦੇਣ, ਸਾਰਾ ਪੰਜਾਬ ਬਾਹਰ ਭੱਜਣਾ। ਆਪਾਂ ਨੂੰ ਪੰਜਾਬ ਚੱਲੂ ਕਿੱਦਾਂ? ਫਿਰ ਬਾਹਰਲੇ ਲੋਕਾਂ ਨੇ ਆਉਣਾ ਨਾ ਪੰਜਾਬ ਦੇ ਵਿੱਚ, ਅਤੇ ਫਿਰ ਆਪਾਂ ਪੰਜਾਬ ਕਿਉਂ ਨਹੀਂ ਸੰਭਾਲਦੇ? ਸਾਡੇ ਨੌਜਵਾਨਾਂ ਨੂੰ ਨੌਕਰੀ ਕਿਉਂ ਨਹੀਂ ਦਿੰਦੇ? ਅਤੇ ਉਹ ਦੇ ਕੌਣ ਸਕਦਾ? ਇਕਨੋਮੀ ਅਪ ਕੌਣ ਕਰ ਸਕਦਾ? ਜੇ ਸ਼੍ਰੋਮਣੀ ਅਕਾਲੀ ਦਲ ਨੇ ਤਰੱਕੀ ਕੀਤੀ ਨਾ ਪੰਜਾਬ ਦੇ ਅੰਦਰ, ਕੇਂਦਰ ਸਰਕਾਰ ਨਾਲ ਸੀਗੀ, ਦੋਨਾਂ ਨੇ ਭਾਈਵਾਲ ਦੇ ਵਿੱਚ ਤਰੱਕੀ ਕੀਤੀ ਹੈ, ਅਲੱਗ ਰਹਿ ਕੇ ਤਰੱਕੀ ਨਹੀਂ ਹੋ ਸਕਦੀ ਸੀ। ਇਹ ਗਲਤੀ ਮੈਂ ਮੰਨਦਾ ਇਹਨਾਂ ਦੀ। ਤੁਸੀਂ ਚੋਣ ਕਿੱਥੋਂ ਲੜ ਰਹੇ ਹੋ? ਮੇਰਾ ਚੋਣ ਦਾ ਮੁੱਦਾ ਨਹੀਂ ਹੈ। ਮੈਂ ਇੱਕ ਵਰਕਰ ਦਾ ਦੱਸਣਾ ਚਾਹੁੰਦਾ। ਵਰਕਰ ਖੂਨ ਪਸੀਨੇ ਨਾਲ ਪਾਰਟੀ ਨੂੰ ਸੀਂਝਦਾ। ਵਰਕਰ ਪੌੜੀ ਨਹੀਂ ਹੈ, ਤੁਸੀਂ ਪੌੜੀ ਬਣਾ ਕੇ ਨਾ ਚੜ੍ਹੋ। ਵਰਕਰ ਨਾਲ ਤਾਲਮੇਲ, ਇੱਕ ਰਿਸ਼ਤਾ ਹੁੰਦਾ, ਇੱਕ ਪਰਿਵਾਰ ਹੁੰਦਾ। ਮੈਂ ਦੱਸਿਆ ਕਿ ਵਰਕਰ ਦਾ ਮੁੱਲ ਹੈ, ਅਤੇ ਮੈਂ ਸਮਝਦਾ ਕਿ ਅੱਜ ਸਮੁੱਚੀ ਦੁਨੀਆ ਦੇ ਵਿੱਚ ਮੈਨੂੰ ਫੋਨ ਆਇਆ। ਜੇ ਮੈਨੂੰ ਹਜ਼ਾਰਾਂ ਫੋਨ ਆਏ ਆ ਜਾਂ ਲੱਖਾਂ ਮੈਸੇਜ ਆਏ ਆ, ਉਹਦੇ ਵਿੱਚੋਂ ਫੋਨ ਦੇ ਵਿੱਚੋਂ 3 ਨੈਗੇਟਿਵ ਫੋਨ ਆਏ ਆ। ਇਟ ਮੀਨਸ ਪਿਆਰ ਕਰਨ ਵਾਲੇ ਜ਼ਿਆਦਾ ਆ, ਅਤੇ ਜਿਹੜੇ ਪਿਆਰ ਕਰਨ ਵਾਲੇ, ਆਸ਼ੀਰਵਾਦ ਵਾਲੇ ਦੇਣ, ਉਹ ਆਪਣੇ ਆਪ ਲੈ ਜਾਣਗੇ ਜਿੱਥੇ ਲੈ ਕੇ ਜਾਣਾ। ਪਾਰਟੀ ਚਾਹੇ ਕਿ ਗੁਰਦੀਪ ਸਿੰਘ ਗੋਸ਼ਾ ਇਲੈਕਸ਼ਨ ਲੜਨ, ਤਾਂ ਆਪਣੇ ਇਸ ਹਲਕੇ 'ਚੋਂ ਲੜੋਗੇ ਜਾਂ ਲੁਧਿਆਣੇ ਦੇ ਕਿਸੇ ਹੋਰ ਹਲਕੇ ਤੋਂ? ਜੇ ਪਾਰਟੀ ਚਾਹੇ, ਤੁਹਾਡੀ ਇੱਛਾ ਕੀ ਆ? ਦੇਖੋ, ਮੇਰੀ ਇੱਛਾ ਇਹ ਹੈ, ਮੈਂ ਪਾਰਟੀ ਦੀ ਨੀਤੀ ਨਾਲ ਸਹਿਮਤ ਹਾਂ। ਪਾਰਟੀ ਜੋ ਕਰੂਗੀ ਮੈਂ ਉਹਦੇ ਰਾਹ 'ਤੇ ਚੱਲਾਂਗਾ। ਪਾਰਟੀ ਟਿਕਟਾਂ ਕਦੋਂ ਅਨਾਉਂਸ ਕਰ ਰਹੀ ਆ? ਇਹ ਤਾਂ ਦੇਖੋ ਉਹਨਾਂ ਦੀ ਇਲੈਕਸ਼ਨ ਕਮੇਟੀ ਹੈ। ਮੈਂ ਤਾਂ ਵਰਕਰ ਜੁਆਇਨਿੰਗ ਕੀਤੀ ਹੈ, ਵਰਕਰ ਬਣਿਆ। ਉਹ ਜਿਹੜੀ ਉਹਨਾਂ ਦੀ ਕਮੇਟੀ ਹੋਊਗੀ, ਸਕਰੀਨਿੰਗ ਕਮੇਟੀ ਹੋਊਗੀ, ਉਹਨਾਂ ਨੇ ਅਨਾਉਂਸ ਕਰਨਾ। ਜੋ ਕਰੇਗੀ ਅਸੀਂ ਉੱਤੇ ਪਹਿਰਾ ਦੇਵਾਂਗੇ, ਕਿਉਂਕਿ ਸਾਨੂੰ ਪੰਜਾਬ ਬਚਾਉਣਾ ਹੈ, ਡੋਬਣਾ ਨਹੀਂ ਹੈ ਪੰਜਾਬ। ਸ਼ੁਕਰੀਆ, ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ। ਸੋ ਸਾਨੂੰ ਗੁਰਦੀਪ ਸਿੰਘ ਗੋਸ਼ਾ, ਜਿਨ੍ਹਾਂ ਨੇ ਇੱਕ ਵਾਰ ਫਿਰ ਕਿਹਾ, ਪਹਿਲਾਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਸੀ, ਹੁਣ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਉਹਨਾਂ ਨੇ ਅਕਾਲੀ ਦਲ ਤਾਂ ਛੱਡੀ ਆ, ਅਕਾਲੀ ਦਲ ਦੇ ਵਿੱਚ ਉਹਨਾਂ ਦੀ ਸੁਣਵਾਈ ਨਹੀਂ ਸੀ, ਅਤੇ ਦੂਜਾ ਕੁਝ 5-4 ਖਾਸ ਬੰਦੇ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਨੂੰ ਅਸਲੀ ਗੱਲ ਉਹਨਾਂ ਤੱਕ ਪਹੁੰਚਣ ਨਹੀਂ ਦਿੰਦੇ ਅਤੇ ਉਹਨਾਂ ਨੂੰ ਸਮਝਣ ਨਹੀਂ ਦਿੰਦੇ ਵਰਕਰ ਦੀ ਗੱਲ। ਆਪਣੇ ਸਹਿਯੋਗੀ ਕਰਨ ਦੇ ਨਾਲ ਮੈਂ ਗਗਨਦੀਪ ਰਟੌਲ, ਅੱਖਰ ਦੇ ਲਈ।